ਦੁਨੀਆ ਭਰ ਦੇ ਵਿੱਚ ਵਸਦੀ ਸਮੂਹ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀ, ਮੇਰਾ ਨਾਮ ਦਮਨਦੀਪ ਸਿੰਘ ਹੈ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਨਾ ਹੀ ਮੈਂ ਕੋਈ ਯੂਟਿਊਬਰ ਹਾਂ, ਨਾ ਹੀ ਮੈਂ ਕੋਈ ਧਰਮ ਪ੍ਰਚਾਰਕ ਹਾਂ, ਸਮਾਜ ਸੁਧਾਰਕ ਹਾਂ ਜਾਂ ਪੋਲੀਟੀਸ਼ੀਅਨ। ਪਰ ਮੈਨੂੰ ਲੱਗਦਾ ਹੈ ਕਿ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਜੋ ਮੇਰੇ ਸਾਹਮਣੇ ਕੁਝ ਗੱਲਾਂ ਆਉਂਦੀਆਂ ਨੇ, ਜੋ ਮੇਰੇ ਪੰਥ ਦੇ ਨਾਲ, ਮੇਰੇ ਸਮਾਜ ਦੇ ਨਾਲ ਜੁੜੀਆਂ ਨੇ, ਉਹਨਾਂ ਦੇ ਉੱਤੇ ਆਪਣਾ ਵਿਚਾਰ ਰੱਖਣਾ ਵੀ ਮੇਰਾ ਇੱਕ ਨੈਤਿਕ ਫਰਜ਼ ਬਣ ਜਾਂਦਾ ਹੈ। ਮੈਂ ਜੋ ਇਹ ਵੀਡੀਓ ਬਣਾਉਣ ਜਾ ਰਿਹਾ ਇਹ ਅਸਲ ਦੇ ਵਿੱਚ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਪ੍ਰੀਤ ਸਿੰਘ ਸੈਣੀ ਜੋ ਕਿ ਇੱਕ ਪੱਤਰਕਾਰ ਨੇ ਜਾਂ ਉਹ ਯੂਟਿਊਬਰ ਨੇ, ਮੈਨੂੰ ਉਹਨਾਂ ਦੀ ਅਸਲ ਜੋ ਵੀ ਡੈਜ਼ਿਗਨੇਸ਼ਨ ਹੈ ਮੈਨੂੰ ਨਹੀਂ ਪਤਾ ਕਿ ਉਹ ਕੌਣ ਨੇ, ਪਰ ਉਹਨਾਂ ਦੀਆਂ ਜੋ ਮੈਂ ਵੀਡੀਓ ਦੇਖਦਾ ਯੂਟਿਊਬ ਦੇ ਉੱਤੇ ਉਹਨਾਂ ਦਾ ਜਿਹੜਾ ਮੇਨ ਮੁੱਦਾ ਹੈ ਆਪਣੀਆਂ ਵੀਡੀਓਜ਼ ਦਾ, ਉਹਦੇ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਬੜੇ ਨਾਖੁਸ਼ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਉੱਤੇ ਪ੍ਰਬੰਧਾਂ ਦੇ ਉੱਤੇ ਤੇ ਉਹਨਾਂ ਦੇ ਜੋ ਸੰਸਥਾ ਦੇ ਆਗੂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਬਹੁਤ ਤੰਜ ਕੱਸਿਆ ਹੈ। ਬਹੁਤ ਤੱਥ ਵੀ ਪੇਸ਼ ਕਰਦੇ ਨੇ ਸਾਰਿਆਂ ਦੇ ਸਾਹਮਣੇ ਕਿ ਆਹ ਉਣਤਾਈਆਂ ਨੇ ਜਾਂ ਕਿੱਥੇ ਕੁਝ ਘਪਲੇ ਹੋਏ ਨੇ, ਕਿੱਥੇ ਚੋਰੀਆਂ ਹੋਈਆਂ ਨੇ, ਕਿੱਥੇ ਭ੍ਰਸ਼ਟਾਚਾਰ ਹੋਇਆ ਹੈ। ਪਰ ਫਿਰ ਉਹ ਪੂਰੀ ਦੀ ਪੂਰੀ ਸ਼੍ਰੋਮਣੀ ਕਮੇਟੀ ਨੂੰ ਹੀ ਹਰਾਮ ਦੀਆਂ ਔਲਾਦਾਂ ਕਹਿ ਕੇ ਸੰਬੋਧਨ ਕਰਦੇ ਨੇ। ਇਹਨਾਂ ਤੋਂ ਥੋੜ੍ਹਾ ਜਿਹਾ ਉਹਨਾਂ ਦੀ ਮਾਨਸਿਕਤਾ ਦਾ ਤੇ ਉਹਨਾਂ ਦੇ ਪੱਤਰਕਾਰਤਾ ਦੇ ਜਿਹੜਾ ਪੱਧਰ ਆ ਉਹਦਾ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਬੜੇ ਹੀ ਤੋਲ ਮੋਲ ਕੇ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਜੋ ਵੀ ਲੋਕ, ਜੋ ਵੀ ਵਿਅਕਤੀ, ਜੋ ਵੀ ਪਰਿਵਾਰ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਨੇ, ਜਾਂ ਹੁਣ ਨੇ ਜਾਂ ਉਹ ਬੀਤੇ ਸਮੇਂ ਦੇ ਵਿੱਚ ਰਹਿ ਚੁੱਕੇ ਨੇ, ਜਦੋਂ ਉਹ ਸ਼੍ਰੋਮਣੀ ਕਮੇਟੀ ਨੂੰ ਪੂਰੀ ਨੂੰ ਹਰਾਮ ਦੀਆਂ ਔਲਾਦਾਂ ਕਹਿੰਦੇ ਨੇ, ਤਾਂ ਉਹ ਗਾਲ ਹੈ ਜੋ ਉਹ ਸਾਰੇ ਹੀ ਸੰਸਥਾ ਦੇ ਨਾਲ ਜੁੜੇ ਹੋਏ ਪਰਿਵਾਰਾਂ ਨੂੰ ਜਾਂ ਵਿਅਕਤੀਆਂ ਨੂੰ ਪਹੁੰਚਦੀ ਹੈ। ਉਹਨਾਂ ਨੂੰ ਆਪਣੀ ਜ਼ੁਬਾਨ ਦੇ ਉੱਤੇ ਥੋੜ੍ਹਾ ਕੰਟਰੋਲ ਕਰਕੇ ਹੀ ਬੋਲਣਾ ਚਾਹੀਦਾ ਹੈ। ਉਸ ਤੋਂ ਬਾਅਦ ਮੈਂ ਦੇਖਿਆ ਹੈ ਕਿ ਉਹ ਜਿਹੜਾ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ, ਉਹ ਦੱਸਦੇ ਨੇ ਕਿ ਸ਼੍ਰੋਮਣੀ ਕਮੇਟੀ ਹੀ ਇਸ ਦੁਨੀਆ ਦੀ ਸਭ ਤੋਂ ਮਾੜੀ ਸੰਸਥਾ ਹੈ। ਫਿਰ ਇਸ ਤਰ੍ਹਾਂ ਕਹਿਣ ਤੋਂ ਬਾਅਦ ਉਹ ਆਪਣੀ ਗੱਲ ਤੋਂ ਮੁੱਕਰਦੇ ਵੀ ਨੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ 95% ਲੋਕ ਚੰਗੇ ਨੇ ਤੇ 5% ਲੋਕ ਬੁਰੇ ਨੇ ਜਾਂ ਭ੍ਰਸ਼ਟ ਨੇ। ਮੈਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਵਿੱਚ 95% ਲੋਕ ਚੰਗੇ ਨੇ ਤੇ 5% ਲੋਕ ਬੁਰੇ ਨੇ, ਤੇ ਤੁਹਾਨੂੰ ਇੰਨੀ ਤਕਲੀਫ ਕਿਉਂ ਹੋ ਰਹੀ ਹੈ ਜਦੋਂ ਦੁਨੀਆ ਦੇ ਵਿੱਚ ਇੰਨੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ 50% ਤੋਂ ਲੋਕ ਵੀ ਜ਼ਿਆਦਾ ਭ੍ਰਸ਼ਟ ਹੋ ਸਕਦੇ ਨੇ। ਜੇਕਰ ਉਹ 5% ਭ੍ਰਸ਼ਟ ਨੇ ਤੇ ਉਹਨਾਂ ਦੇ ਉੱਤੇ ਮਾਮਲੇ ਕਿਉਂ ਨਹੀਂ ਦਰਜ ਹੋਏ? ਜੇਕਰ ਉਹਨਾਂ ਦੇ ਉੱਤੇ ਮਾਮਲੇ ਦਰਜ ਨਹੀਂ ਹੋਏ, ਜਿਨ੍ਹਾਂ ਚੋਰੀਆਂ ਦੇ ਬਾਰੇ 'ਚ, ਜਿਨ੍ਹਾਂ ਚਕਾਰੀਆਂ ਦੇ ਬਾਰੇ ਦੇ ਵਿੱਚ ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਵੱਲੋਂ ਕਿਹੜਾ ਇਨੀਸ਼ੀਏਟਿਵ ਲਿਆ ਗਿਆ ਕਾਨੂੰਨਨ ਤੌਰ ਤੇ ਉਹਨਾਂ ਦਾ ਖੁਲਾਸਾ ਕਰਨ ਲਈ? ਤੁਸੀਂ ਪੁਲਿਸ ਦੇ ਕੋਲ ਜਾ ਕੇ ਅੱਜ ਤੱਕ ਜਿਨ੍ਹਾਂ ਚੋਰੀਆਂ ਦੀ, ਜਾਂ ਤੁਸੀਂ ਦੱਸਦੇ ਕਿ 7 ਕਿਲੋ ਸੋਨਾ ਚੋਰੀ ਹੋ ਗਿਆ ਜਾਂ ਗੁਰਦੁਆਰੇ ਦੀ ਰਸਦ ਚੋਰੀ ਹੋ ਗਈ, ਉਹਨਾਂ ਦੇ ਵਿੱਚੋਂ ਤੁਸੀਂ ਕਿੰਨੇ ਮਾਮਲਿਆਂ ਦੇ ਵਿੱਚ ਜਾ ਕੇ ਅੱਗੇ ਹੋ ਕੇ ਆਪ ਸ਼ਿਕਾਇਤਕਰਤਾ ਬਣ ਕੇ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਆ? ਜੇਕਰ ਤੁਹਾਡੀ ਦਰਖਾਸਤ ਕਿਸੇ ਪੁਲਿਸ ਅਫਸਰ ਜਾਂ ਅਧਿਕਾਰੀ ਨੇ ਨਹੀਂ ਸੁਣੀ, ਤਾਂ ਉਸ ਤੋਂ ਬਾਅਦ ਤੁਸੀਂ ਉੱਚ ਅਧਿਕਾਰੀਆਂ ਦੇ ਨਾਲ ਜਾ ਕੇ, ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜਾ ਕੇ ਕੋਈ ਮੈਮੋਰੈਂਡਮ ਜਾਂ ਦਰਖਾਸਤ ਉਹਨਾਂ ਨੂੰ ਦਿੱਤੀ ਆ। ਬਹੁਤ ਹੀ ਸੌਖਾ ਹੁੰਦਾ ਹੈ ਕਿਸੇ ਦੇ ਇਲਜ਼ਾਮ ਲਾਉਣਾ ਤੇ ਇਹ ਦੱਸਣਾ ਕਿ ਅਸੀਂ ਕਿਸੇ ਸਮਾਜ ਬਾਰੇ ਜਾਂ ਪੰਥ ਜਾਂ ਵਿਅਕਤੀ ਵਿਸ਼ੇਸ਼ ਬਾਰੇ ਕੁਝ ਨਾ ਕੁਝ ਚੰਗਾ ਕੰਮ ਕਰਨ ਦੀ ਯਤਨ ਕਰ ਰਹੇ ਹਾਂ। ਪਰ ਜਿੱਥੋਂ ਤੱਕ ਮੈਂ ਤੁਹਾਡੀਆਂ ਵੀਡੀਓਜ਼ ਨੂੰ ਵੇਖਦਾ ਹਾਂ, ਮੈਨੂੰ ਸਿਰਫ ਇੰਨਾ ਹੀ ਮਹਿਸੂਸ ਹੁੰਦਾ ਹੈ ਕਿ ਤੁਸੀਂ ਇੱਕ ਪੋਲੀਟੀਕਲ ਮਾਈਲੇਜ ਲੈਣ ਦੀ ਜਿਵੇਂ ਕੋਸ਼ਿਸ਼ ਕਰ ਰਹੇ ਹੋ। ਇਹਨਾਂ ਸਾਰੀਆਂ ਵੀਡੀਓ ਦੇ ਪਿੱਛੇ ਜੋ ਤੁਹਾਡਾ ਇੱਕ ਮਕਸਦ ਹੈ ਕਿ ਤੁਸੀਂ ਅੱਜ ਨਹੀਂ ਤਾਂ ਕੱਲ੍ਹ ਡੈਫੀਨੇਟਲੀ ਪੋਲੀਟਿਕਸ ਦੇ ਵਿੱਚ ਆਓਗੇ ਤੇ ਸਿੱਖ ਪੰਥ ਦਾ ਮੁੱਦਾ ਬਣਾ ਕੇ ਆਪਣੀਆਂ ਜੋ ਪੋਲੀਟੀਕਲ ਰੂਟੀਆਂ ਸ਼ਾਇਦ ਸਿੱਖਣ ਦੀ ਕੋਸ਼ਿਸ਼ ਕਰੋ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਇਹ ਮੇਰਾ ਇੱਕ ਓਪੀਨੀਅਨ ਤੇ ਮੇਰੀ ਇੱਕ ਇੰਟਿਊਸ਼ਨ ਆ ਤੁਹਾਡੇ ਬਾਰੇ ਕਿ ਤੁਸੀਂ ਇਹ ਕਰ ਸਕਦੇ ਜੀ। ਉਸ ਤੋਂ ਬਾਅਦ ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ, ਫੁੱਲ ਨੂੰ ਫੁੱਲ ਕਹਿਣਾ, ਸੱਚਾਈ ਨੂੰ ਬਿਆਨ ਕਰਨਾ ਹੈ ਤੇ ਸੱਚ ਨੂੰ ਬੋਲਣਾ ਚਾਹੀਦਾ। ਕੰਢੇ ਨੂੰ ਕੰਢਾ ਕਹਿਣਾ
ਵੀ ਸੱਚਾਈ ਹੈ ਤੇ ਸੱਚ ਹੀ ਬਿਆਨ ਕਰਨਾ ਚਾਹੀਦਾ। ਪਰ ਜਦੋਂ ਤੁਸੀਂ ਫੁੱਲ ਨੂੰ ਕੰਡਾ ਤੇ ਕੰਡੇ ਨੂੰ ਫੁੱਲ ਦੱਸਦੇ ਜੇ, ਉਹਦੇ ਵਿੱਚ ਅਸੀਂ ਕਿਸੇ ਦੀ ਨਿੰਦਿਆ ਕਰ ਰਹੇ ਹਾਂ ਜਾਂ ਝੂਠ ਬੋਲ ਰਹੇ ਹਾਂ। ਮੈਂ ਸ਼੍ਰੋਮਣੀ ਕਮੇਟੀ ਦੇ ਨਾ ਕੋਈ ਬੁਲਾਰਾ ਹਾਂ, ਨਾ ਹੀ ਮੈਂ ਉਹਦੇ ਸਬੰਧ ਦੇ ਵਿੱਚ ਕੋਈ ਸਫਾਈ ਪੇਸ਼ ਕਰ ਰਿਹਾ ਹਾਂ। ਪਰ ਜਿਹੜਾ ਇੱਕ ਤਰਫਾ ਪ੍ਰਚਾਰ ਤੁਸੀਂ ਕਰ ਰਹੇ ਜੇ, ਪੱਤਰਕਾਰਤਾ ਦੀ ਭਾਸ਼ਾ ਦੇ ਵਿੱਚ ਉਹਨੂੰ ਪ੍ਰੋਪੇਗੈਂਡਾ ਕਹਿੰਦੇ ਨੇ। ਪ੍ਰੋਪੇਗੈਂਡਾ ਦੇ ਵਿੱਚ ਸਿਰਫ ਇੱਕ ਤਰਫਾ ਨੌਲੇਜ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਤੇ ਦੂਜੇ ਪੱਖ ਨੂੰ ਸੁਣਿਆ ਨਹੀਂ ਜਾਂਦਾ। ਤੁਸੀਂ ਕੇਵਲ ਆਪਣੀਆਂ ਵੀਡੀਓਜ਼ ਦੇ ਵਿੱਚ ਆਪਣਾ ਪੱਖ ਸੰਗਤਾਂ ਦੇ ਸਾਹਮਣੇ ਰੱਖਦੇ ਹੋ। ਸੰਗਤਾਂ ਜਜ਼ਬਾਤੀ ਨੇ, ਸੰਗਤਾਂ ਦੇ ਜੋ ਜਜ਼ਬਾਤ ਨੇ ਉਹ ਸਿੱਖ ਧਰਮ ਨਾਲ ਜੁੜੇ ਹੋਏ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਜ ਜਾਂ ਸਿੱਖ ਪੰਥ ਦੇ ਲਈ ਕੀ ਕਰ ਰਹੀ ਹੈ। ਕਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ, ਕਾਲਜਿਸ, ਮੈਡੀਕਲ ਇੰਸਟੀਚਿਊਟ ਖੋਲ੍ਹੇ ਨੇ ਧਰਮ ਦੇ ਪ੍ਰਚਾਰ ਬਾਰੇ ਦੇ ਵਿੱਚ। ਉਹ ਸਿੱਖ ਧਰਮ ਦੇ ਪ੍ਰਚਾਰ ਬਾਰੇ ਚ ਉਹਨਾਂ ਦਾ ਕੀ ਸਟੈਂਡ ਆ ਤੇ ਉਹਦੇ ਉੱਤੇ ਬਜਟ ਦੇ ਵਿੱਚ ਕਿੰਨਾ ਹਿੱਸਾ ਰੱਖਿਆ ਗਿਆ। ਤੁਹਾਡਾ ਕੇਵਲ ਜ਼ੋਰ ਲੱਗਾ ਹੋਇਆ ਵਾ ਸ਼੍ਰੋਮਣੀ ਕਮੇਟੀ ਨੂੰ ਭੰਡਣ ਦੇ ਵਿੱਚ। ਤੁਸੀਂ ਦੋ ਤਰਫਾ ਗੱਲ ਵੀ ਕਰ ਸਕਦੇ ਜੇ। ਤੁਸੀਂ ਕਹਿ ਸਕਦੇ ਜੇ ਕਿ ਸ਼੍ਰੋਮਣੀ ਕਮੇਟੀ ਦੁਆਰਾ ਆਹ ਪ੍ਰਬੰਧ ਚੰਗੇ ਕੀਤੇ ਗਏ, ਆਹ ਪ੍ਰਬੰਧਾਂ ਦੇ ਵਿੱਚ ਉਨਤ ਆਈਆਂ। ਇਹ ਇੱਕ ਸਲੀਕਾ ਤੇ ਅਦਬ ਆ ਪੱਤਰਕਾਰੀ ਦਾ, ਇੱਕ ਨਿਰਪੱਖ ਪੱਤਰਕਾਰੀ ਦਾ। ਪਰ ਜਦੋਂ ਤੁਸੀਂ ਇੱਕ ਤਰਫਾ ਹੋ ਕੇ ਪੂਰੀ ਦੀ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਾਮ ਦਾ ਲਾਣਾ ਦੱਸਦੇ ਜੇ ਤੇ ਉਸ ਤੋਂ ਬਾਅਦ ਤੁਸੀਂ ਦੱਸਦੇ ਹੋ ਕਿ ਤੁਸੀਂ ਜਾਗਦੀ ਜ਼ਮੀਰ ਵਾਲੇ ਜੇ ਤੇ ਤੁਸੀਂ ਵੀ ਕਦੀ ਵੀ ਕਿਸੇ ਗੱਲ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ। ਪਰ ਜਿੱਥੋਂ ਤੱਕ ਮੈਂ ਘੋਖ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵੀਡੀਓ ਦੇ ਵਿੱਚ ਤੁਸੀਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੀ ਸੰਬੰਧਿਤ ਲੋਕਾਂ ਨੂੰ ਹਰਾਮ ਦਾ ਲਾਣਾ ਦੱਸਿਆ ਹੈ, ਤੁਸੀਂ ਵੀ ਕਿਸੇ ਡਰ ਜਾਂ ਝਿਜਕ ਦੇ ਕਰਕੇ ਉਹ ਵੀਡੀਓ ਆਪਣੇ YouTube ਚੈਨਲ ਤੋਂ ਡਿਲੀਟ ਕਰ ਦਿੱਤੀ ਹੈ। ਇਸ ਕਰਕੇ ਤੁਸੀਂ ਇਹ ਜੋ ਦੱਸਦੇ ਜੀ ਕਿ ਤੁਸੀਂ ਬੜੇ ਨਿਡਰ ਤੇ ਨਿਰਪੱਖ ਪੱਤਰਕਾਰਤਾ ਕਰਦੇ ਹੋ, ਉਹ ਗੱਲ ਕਿਤੇ ਨਾ ਕਿਤੇ ਝੂਠੀ ਪੈਂਦੀ ਨਜ਼ਰ ਆਉਂਦੀ ਹੈ। ਪਰ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੜੀ ਆਵਾਜ਼ ਬੁਲੰਦ ਕਰਕੇ ਬੁਰਾਈਆਂ ਕਰਦੇ ਜੇ ਤੇ ਲੋਕਾਂ ਨੂੰ ਇੱਕ ਤਰਫਾ ਪ੍ਰਚਾਰ ਕਰਕੇ ਦੱਸਦੇ ਤੇ, ਉਸੇ ਤਰੀਕੇ ਨਾਲ ਮੈਂ ਕੇਵਲ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਿਰਫ ਤੁਹਾਡੀਆਂ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਵੇਖਣਾ ਚਾਹਿਆ ਕਿ ਦੇਖਾਂ ਸਹੀ ਕਿ ਚੱਲ ਕੀ ਰਿਹਾ ਆ, ਕਿ ਵਾਕਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਕਰਪਸ਼ਨ ਹੀ ਕਰ ਰਹੀ ਆ ਜਾਂ ਸੰਗਤਾਂ ਦਾ ਐਕਸਪਲੋਇਟੇਸ਼ਨ ਹੀ ਹੋ ਰਹੀ ਆ ਉੱਥੇ, ਜਾਂ ਸਿਰਫ ਉੱਥੇ ਜਿੱਦਾਂ ਤੁਸੀਂ ਦੱਸਦੇ ਕਿ ਗਾਲਾਂ ਹੀ ਕੱਢੀਆਂ ਜਾ ਰਹੀਆਂ। ਹਿੰਦੁਸਤਾਨ ਟਾਈਮਸ ਦੀ ਜਿਹੜੀ ਅਖਬਾਰ ਹੈ, ਬੜੀ ਮੰਨੀ ਪਰਮੰਨੀ ਅਖਬਾਰ ਜਿਹਨੂੰ ਕਿਹਾ ਜਾਂਦਾ ਹੈ, ਮਾਰਚ 29 2023 ਦੇ ਵਿੱਚ ਬਾਏ ਸੁਰਜੀਤ ਸਿੰਘ, ਉਹਨਾਂ ਨੇ ਜੋ ਜਨਰਲ ਹਾਊਸ ਦਾ ਇਜਲਾਸ ਹੋਇਆ ਸੀਗਾ ਤੇ ਜਿਹਦੇ ਬਜਟ ਪੇਸ਼ ਕੀਤਾ ਗਿਆ ਸੀਗਾ, ਉਹ ਇਸ ਸਾਲ ਦੇ ਬਜਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 1 ਕਰੋੜ ਰੁਪਈਆ ਵਾ ਜਿਹੜਾ ਨਿਸ਼ਚੈ ਸਿਵਲ ਕੋਚਿੰਗ ਅਕੈਡਮੀ, ਜਿਹਦੇ ਵਿੱਚ IAS ਤੇ ਆਲ ਇੰਡੀਆ ਸਰਵਿਸਿਜ਼ ਜਾਂ ਪੰਜਾਬ ਸਿਵਲ ਸਰਵਿਸਿਜ਼ ਜਾਂ ਕਿਸੇ ਵੀ ਤਰ੍ਹਾਂ ਦਾ ਜੋ ਕੰਪੀਟੀਟਿਵ ਐਗਜ਼ਾਮ ਆ ਉਹਦੀ ਤਿਆਰੀ ਕਰਾਉਣ ਦੇ ਲਈ ਬੱਚਿਆਂ ਨੂੰ ਮਦਦ ਕੀਤੀ ਜਾਵੇਗੀ ਤੇ ਉੱਚ ਪੱਧਰਾਂ ਦੇ ਉੱਤੇ ਪਹੁੰਚਣ ਦੇ ਲਈ ਉਹਨਾਂ ਦਾ ਮਾਰਗਦਰਸ਼ਨ ਕੀਤਾ ਜਾਏਗਾ। ਤੁਸੀਂ ਇਹ ਕਦੀ ਵੀ ਆਪਣੀਆਂ ਵੀਡੀਓਜ਼ ਦੇ ਵਿੱਚ ਨਹੀਂ ਦੱਸਿਆ ਕਿ ਇਸ ਤਰ੍ਹਾਂ ਦੇ ਜੋ ਇੰਸਟੀਚਿਊਟ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦਾ ਜਾਂ ਸਿੱਖ ਪੰਥ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਉਜਵਲ ਭਵਿੱਖ ਦੇ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਦਮ ਚੱਕ ਰਹੀ ਆ, ਤੁਸੀਂ ਨਹੀਂ ਦੱਸਿਆ। ਨੰਬਰ 2 ਦੇ ਵਿੱਚ ਉਸੇ ਹੀ ਬਜਟ ਦੇ ਵਿੱਚ 7.09 ਕਰੋੜ ਰੁਪਏ ਜਿਹੜੇ ਆ ਸਿੱਖ ਪ੍ਰਚਾਰ ਸੈਂਟਰ ਬੋਰਡ ਨੂੰ ਦਿੱਤੇ ਗਏ ਆ, ਜਿਹੜਾ ਕਿ ਧਰਮ ਪ੍ਰਚਾਰ ਦਾ ਕੰਮ ਹੈ ਤੇ ਸਿੱਖੀ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣ ਦੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਦੇ ਵਿੱਚ ਇੱਕ ਹਿੱਸਾ ਰੱਖਿਆ ਗਿਆ, ਉਹ ਵੀ ਤੁਸੀਂ ਕਦੀ ਨਹੀਂ ਦੱਸਿਆ। ਬਜਟ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ 4 ਕਰੋੜ 72 ਲੱਖ ਰੁਪਈਆ ਜਿਹੜਾ ਉਹ ਸੋਲਰ ਪੈਨਲ ਗੁਰਦੁਆਰਿਆਂ ਦੇ ਵਿੱਚ ਲਗਵਾਉਣ ਦੇ ਲਈ ਡਿਸਟ੍ਰੀਬਿਊਟ ਕੀਤਾ ਗਿਆ, ਜਿਹਦਾ ਸਿੱਧਾ ਫਾਇਦਾ ਗੁਰੂ ਘਰਾਂ ਦੇ ਉੱਤੇ ਜੋ ਬਿਜਲੀ ਦੇ ਬਿੱਲ ਆਉਂਦੇ ਨੇ ਉਹਨਾਂ ਦੇ ਵਿੱਚ ਕਟੌਤੀ ਹੋਏਗੀ। ਤੁਸੀਂ ਕਦੀ ਨਹੀਂ ਇਸ ਬਾਰੇ ਚਾਨਣਾ ਪਾਇਆ, ਬਿਕੋਜ਼ ਤੁਸੀਂ ਸਿਰਫ ਇੱਕ ਤਰਫਾ ਪ੍ਰਚਾਰ ਕਰਕੇ ਕੇਵਲ ਸ਼੍ਰੋਮਣੀ ਕਮੇਟੀ ਨੂੰ
ਭੰਡਣਾ ਚਾਹੁੰਦੇ ਜੇ ਤੇ ਸਾਰੀ ਦੀ ਸਾਰੀ ਸ਼੍ਰੋਮਣੀ ਕਮੇਟੀ ਨੂੰ ਹਰਾਮ ਦਾ ਲਾਣਾ ਦੱਸਦੇ ਜੇ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਮੇਰੇ ਪਿਤਾ ਜੀ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਉਹਨਾਂ ਨੇ ਲਗਭਗ 30 ਸਾਲ ਦੇ ਕਰੀਬ ਆਪਣੀ ਸੇਵਾ ਨਿਭਾਈ ਆ। ਉਹ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਆਖਰੀ ਦਿਨ ਵੀ ਅਰਦਾਸ ਕਰਕੇ ਆਏ ਸੀ ਕਿ ਤੁਸੀਂ ਬੜੀ ਇਮਾਨਦਾਰੀ ਦੇ ਨਾਲ ਮੈਨੂੰ ਸੇਵਾ ਕਰਨ ਦਾ ਆਪਣੇ ਗੁਰੂ ਘਰ ਦੇ ਵਿੱਚ ਮੌਕਾ ਦਿੱਤਾ। ਤੇ ਮੇਰੇ ਪਿਤਾ ਜੀ ਦੀ ਮਿਹਨਤ ਤੇ ਉਹਨਾਂ ਦੀ ਹੀ ਸਿੱਖ ਸਦਕਾ ਅਸੀਂ ਅੱਜ ਨਿਊਜ਼ੀਲੈਂਡ ਦੇ ਵਿੱਚ ਪੂਰੀ ਤਰ੍ਹਾਂ ਸਟੈਬਲਿਸ਼ ਹਾਂ। ਪਰਮਾਤਮਾ ਦੀ ਦਇਆ ਦੇ ਨਾਲ ਮੈਂ ਨਿਊਜ਼ੀਲੈਂਡ ਦੇ ਵਿੱਚ ਐਜ਼ ਏ ਸੋਲਿਸਿਟਰ ਐਂਡ ਬੈਰਿਸਟਰ ਇਸ ਵਕਤ ਕੰਮ ਕਰ ਰਿਹਾ ਹਾਂ ਤੇ ਕੋਸ਼ਿਸ਼ ਕਰਦਾ ਕਿ ਗੁਰੂ ਮਹਾਰਾਜ ਦਾ ਜਿਹੜਾ ਹੱਥ ਹੈ ਉਹ ਹਮੇਸ਼ਾ ਮੇਰੇ ਸਿਰ ਤੇ ਬਣਿਆ ਰਹੇ। ਪਰ ਜਦ ਤੁਸੀਂ ਪੂਰੀ ਦੀ ਪੂਰੀ ਸ਼੍ਰੋਮਣੀ ਕਮੇਟੀ ਨੂੰ ਕਰਪਟ ਤੇ ਹਰਾਮ ਦਾ ਲਾਣਾ ਦੱਸਦੇ ਹੋ, ਉਹ ਕਿਤੇ ਨਾ ਕਿਤੇ ਜਾ ਕੇ ਗੱਲ ਮੇਰੇ ਪਿਤਾ ਜੀ ਵੱਲ ਵੀ ਜਾਂਦੀ ਹੈ, ਮੇਰੇ ਵੱਲ ਵੀ ਆਉਂਦੀ ਹੈ। ਸੋ ਕਿਰਪਾ ਕਰਕੇ ਤੁਹਾਨੂੰ ਇਹੋ ਜਿਹੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਨਹੀਂ ਚਾਹੀਦਾ। ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰਦੇ ਹੋ ਕਿ 295A ਤੁਹਾਡੇ ਤੇ ਨਹੀਂ ਲੱਗਣੀ ਚਾਹੀਦੀ। ਉਹ ਜੇ ਨਹੀਂ ਲੱਗਣੀ ਚਾਹੀਦੀ ਤੇ ਤੁਸੀਂ ਉਹਨੂੰ ਕੰਟੈਸਟ ਕਰ ਰਹੇ ਜੇ। ਆਈ ਬਿਲੀਵ ਕਿ ਤੁਸੀਂ ਸ਼ਾਇਦ ਐਂਟੀਸਪੇਟਰੀ ਤੁਹਾਡੀ ਬੇਲ ਵੀ ਲੱਗੀ ਹੋਈ ਹੈ ਤੇ ਤੁਸੀਂ ਉਹਨੂੰ ਖਾਰਜ ਕਰਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹੋ। ਚਲੋ ਮੈਂ ਇਹਨਾਂ ਗੱਲਾਂ ਦੇ ਵਿੱਚ ਬਾਅਦ 'ਚ ਆਉਣਾ, ਪਰ ਮੈਂ ਦੱਸਾਂ ਕਿ ਜਿਸ ਤਰ੍ਹਾਂ ਮੈਂ ਅਖੀਰ ਤੁਹਾਨੂੰ ਦੱਸਿਆ ਕਿ 4 ਕਰੋੜ 72 ਲੱਖ ਰੁਪਈਆ ਜਿਹੜਾ ਸੋਲਰ ਪਲੈਂਟਸ ਗੁਰਦੁਆਰਿਆਂ ਦੇ ਵਿੱਚ ਲਾਉਣ ਲਈ ਜਿਹੜਾ ਡਿਸਟਰੀਬਿਊਟ ਕੀਤਾ ਗਿਆ, ਉਹਨਾਂ ਨੂੰ ਅਲੋਟ ਕੀਤਾ ਗਿਆ ਗੁਰੂ ਘਰਾਂ ਨੂੰ। ਉਹਦੇ ਨਾਲ ਗੁਰੂ ਘਰਾਂ ਦੇ ਵਿੱਚ ਜਿਹੜਾ ਖਰਚਾ ਹੋ ਰਿਹਾ ਆ, ਉਹ ਜਿਹੜੀ ਬਿਜਲੀ ਦਾ ਖਰਚੇ ਦੇ ਜਿਹੜੀ ਬਜਟ ਹੀ ਜਿਹੜੀ ਬਚਤ ਹੋਣੀ ਆ, ਉਹਦੇ ਨਾਲ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਜਿਹੜੇ ਵੀ ਹੋਰ ਸੁਧਾਰ ਕੀਤੇ ਜਾ ਸਕਦੇ ਆ ਉਹ ਕੀਤੇ ਜਾਣਗੇ। ਮੈਂ ਫਿਰ ਕਹਿੰਦਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਨਹੀਂ ਹਾਂ, ਮੈਂ ਸਿਰਫ ਇਸ ਤੱਥ ਦੇ ਉੱਤੇ ਗੱਲ ਕਰ ਰਿਹਾ ਕਿਉਂਕਿ ਇਹ ਹਿੰਦੁਸਤਾਨ ਟਾਈਮਸ ਦੇ ਵਿੱਚ ਜੋ ਬਜਟ ਦੇ ਬਾਰੇ 'ਚ ਰਿਪੋਰਟ ਛਪੀ ਆ 29 ਮਾਰਚ 2023 ਨੂੰ, ਉਸ ਦੇ ਉੱਤੇ ਆਧਾਰਿਤ ਜੋ ਉਹ ਪੈਸੇ ਅਲੋਟ ਕੀਤੇ ਗਏ ਆ, ਉਹਦਾ ਜਿਹੜਾ ਸਿੱਧਾ ਜਾਂ ਅਸਿੱਧਾ ਫਾਇਦਾ ਗੁਰੂ ਘਰ ਦੀਆਂ ਸੰਗਤਾਂ ਨੂੰ ਹੀ ਹੋਣਾ ਆ। ਜੇ ਤੁਹਾਡੇ ਕੋਲ ਇਹਦੇ ਬਾਰੇ ਵੀ ਕੋਈ ਤੋੜ ਮਰੋੜ ਕੇ ਪੇਸ਼ ਕਰਨ ਲਈ ਸਬੂਤ ਹਨ, ਤੁਸੀਂ ਡੈਫੀਨੇਟਲੀ ਦੇ ਸਕਦੇ ਹੋ। ਪਰ ਜਿਸ ਤਰ੍ਹਾਂ ਤੁਸੀਂ ਇੱਕ ਤਰਫਾ ਨੌਲੇਜ ਲੋਕਾਂ ਨੂੰ ਦੇ ਰਹੇ ਹੋ, ਮੈਂ ਵੀ ਇੱਕ ਤਰਫਾ ਨੌਲੇਜ ਜੋ ਕਿ ਸੱਚੀ ਹੈ, ਜੋ ਅਖਬਾਰ ਦੇ ਵਿੱਚ ਆਈ ਆ, ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਤੋਂ ਬਾਅਦ 1 ਕਰੋੜ 70 ਲੱਖ ਰੁਪਇਆ ਐਜੂਕੇਸ਼ਨ ਫॉर ਸਿੱਖ ਸਟੂਡੈਂਟ ਦਾ ਬਜਟ ਡਾਕੂਮੈਂਟ ਸੈਡ ਸਿੱਖ ਸਟੂਡੈਂਟ ਦੀ ਜਿਹੜੀ ਸਟੱਡੀਜ਼ ਦੇ ਲਈ ਐਜੂਕੇਸ਼ਨ ਦੇ ਲਈ ਆ 1 ਕਰੋੜ 70 ਲੱਖ ਰੁਪਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਲੋਟ ਕੀਤਾ ਗਿਆ। ਇਹ ਲਗਭਗ ਇਹਨਾਂ ਦਾ ਜਿਹੜਾ ਬਜਟ ਸੀਗਾ ਜੋ ਸਮਾਜ ਪੂਰੇ ਦੇ ਪੂਰੇ ਸਮਾਜ ਨੂੰ ਤੇ ਸਿੱਖ ਪੰਥ ਨੂੰ ਜਿਹਦਾ ਫਾਇਦਾ ਹੋਣਾ ਹੈ ਉਹਦੇ ਬਾਰੇ ਤੁਸੀਂ ਅੱਜ ਤੱਕ ਨਹੀਂ ਦੱਸਿਆ। ਮੈਂ ਇੰਨੀ ਅਜੇ ਰਿਸਰਚ ਵੀ ਨਹੀਂ ਕੀਤੀ ਕਿਉਂਕਿ ਮੈਂ ਤੁਹਾਡੀਆਂ 2-4 ਵੀਡੀਓ ਦੇਖੀਆਂ ਆ। ਉਹਨਾਂ ਨੂੰ ਜਦੋਂ ਮੈਂ ਵੇਖਦਾ ਹਾਂ ਤੇ ਮੈਂ ਵੇਖਦਾ ਹਾਂ ਕਿ ਤੁਸੀਂ ਕਿੰਨੀਆਂ ਗੁੰਮਰਾਹ ਕੁਨ ਤਰੀਕੇ ਦੇ ਨਾਲ ਸੰਗਤਾਂ ਨੂੰ ਦੱਸਦੇ ਜੇ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਨੋਟਿਸ ਕੱਢ ਦਿੱਤਾ ਜਿਹਦੇ ਵਿੱਚ ਜੋ ਕੱਚੇ ਮੁਲਾਜ਼ਮ ਪੱਕੇ ਨਹੀਂ ਹੋ ਸਕਦੇ ਉਹਦੇ ਵਿੱਚ 26 ਦਿਨਾਂ ਦੀ ਤਨਖਾਹ ਦਿੱਤੀ ਜਾਂਦੀ ਹੈ। ਆਈ ਬਿਲੀਵ ਤੁਸੀਂ ਕਹਿੰਦੇ ਕਿ ਉਹਨਾਂ 6 ਦਿਨਾਂ ਦੀ ਛੁੱਟੀ ਕੱਟੀ ਜਾਂਦੀ ਆ ਤੇ ਇਹ ਜਿਹੜੀ ਆ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਵੈਸੇ ਤੇ ਤੁਸੀਂ ਬੜੀ ਸਖਤ ਜ਼ੁਬਾਨ ਵਰਤਦੇ ਜੇ ਆਪਣੀ ਜਿੰਨੀਆਂ ਵੀ ਤੁਹਾਡੀਆਂ ਵੀਡੀਓ ਆਉਂਦੀਆਂ, ਬਹੁਤ ਹੀ ਨਿੰਦਣਯੋਗ ਗੱਲ ਆ। ਤੇ ਜੇਕਰ ਤੁਹਾਨੂੰ ਕੋਈ ਅੱਗੋਂ ਬੋਲਦਾ ਆ ਤੇ ਫਿਰ ਆਪ ਜੀ ਨੂੰ ਮਿਰਚਾਂ ਲੱਗਦੀਆਂ ਨੇ, ਤਕਲੀਫ ਲੱਗਦੀ ਹੈ। ਜਿਸ ਤਰ੍ਹਾਂ ਕਿ ਡਾਕਟਰ ਫਲਵਿੰਦਰਪਾਲ ਸਿੰਘ ਸਾਡੇ ਬੜੇ ਸਤਿਕਾਰਯੋਗ ਨੇ। ਸਭ ਤੋਂ ਪਹਿਲਾਂ ਤੇ ਮੈਨੂੰ ਨਾਰਾਜ਼ਗੀ ਆ ਉਹਨਾਂ ਦੇ ਨਾਲ ਕਿ ਜਿਨ੍ਹਾਂ ਨੇ ਆਪ ਜੀ ਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਲਿਆਕਤ ਤੇ ਤੁਹਾਡੀ ਲਿਆਕਤ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਤੁਹਾਡੀ ਜ਼ਮੀਨ ਦੇ ਉੱਤੇ ਆ ਤੇ ਉਹਨਾਂ ਦੀ ਅਸਮਾਨ ਦੇ ਉੱਤੇ ਆ। ਜਿੰਨੀਆਂ ਉਹਨਾਂ ਦੇ ਕੋਲ ਡਿਗਰੀਆਂ, ਡਿਪਲੋਮੇ ਜਾਂ ਐਕੈਡੈਮਿਕ ਅਚੀਵਮੈਂਟਸ ਨੇ, ਤੁਸੀਂ ਉਹਨਾਂ ਨੂੰ 2-3 ਜਨਮਾਂ ਦੇ ਵਿੱਚ ਵੀ ਕੰਪਲੀਟ ਨਹੀਂ ਕਰ ਸਕਦੇ। ਇਸ ਕਰਕੇ ਜੇਕਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਬਾਰੇ ਕੁਝ ਬੁਰਾ ਕਹਿ ਸਕਦੇ ਜੇ, ਤੇ ਜੇ ਕੋਈ ਇਨਸਾਨ ਉਸ ਸੰਸਥਾ ਨੂੰ ਆਪਣੀ ਮਾਂ ਸੰਸਥਾ ਸਮਝਦਾ ਤੇ ਤੁਸੀਂ ਉਹ ਮਾਂ ਸੰਸਥਾ ਨੂੰ ਗਾਲ ਕੱਢੋਗੇ ਤੇ ਤੁਸੀਂ ਡੈਫੀਨੇਟਲੀ ਇਹ ਗੱਲ ਯਕੀਨੀ ਬਣਾ ਕੇ ਰੱਖੋ ਕਿ ਤੁਹਾਡੇ ਮੂੰਹ ਦੇ ਉੱਤੇ ਵੀ ਛਿੱਤਰ ਜਾਂ ਜੁੱਤੀਆਂ ਹੀ ਪੈਣਗੀਆਂ। ਫਿਰ ਉਸ ਸਮੇਂ ਦੇ ਉੱਤੇ ਬੰਦੇ ਦੀ ਲਿਆਕਤ, ਰੁਤਬਾ ਜਾਂ ਉਹਦੀ ਜੋ ਐਕੈਡੈਮਿਕ ਅਚੀਵਮੈਂਟ ਆ ਉਹ ਇੱਕ ਸਾਈਡ ਤੇ ਹੋ ਜਾਂਦੀ ਆ। ਬੰਦੇ ਦੀ ਜਿਹੜੀ ਮੂਲ ਤੇ ਬੇਸਿਕ ਇਨਸਟਿੰਕਟ ਆ, ਜਿਸ ਤਰ੍ਹਾਂ ਤੁਹਾਡੀ ਕੱਲ ਦੀ ਵੀਡੀਓ ਦੇ ਵਿੱਚ ਬਾਹਰ ਆਈ ਕਿ ਤੁਸੀਂ ਫਲਵਿੰਦਰਪਾਲ ਸਿੰਘ ਨੂੰ ਕਿਹਾ ਕਿ ਮੈਂ ਤੇਰੇ ਮੂੰਹ ਤੇ ਜੁੱਤੀ ਮਾਰਾਂਗਾ। ਉਹ ਤੇ ਸਮਾਂ ਹੀ ਦੱਸੇਗਾ ਕਿ ਕੌਣ ਕਿਹਦੇ ਮੂੰਹ ਦੇ ਉੱਤੇ ਜੁੱਤੀ ਮਾਰੇਗਾ। ਤੁਸੀਂ ਉਹਨਾਂ ਨੂੰ ਕਦੋਂ ਮਿਲੋਗੇ, ਕਿਹਦੀ ਪੈਂਟ ਗਿੱਲੀ ਹੁੰਦੀ ਆ ਜਾਂ ਕਿਹਦੀ ਪੈਂਟ ਸੁੱਕੀ ਰਹਿੰਦੀ ਆ। ਪਰ
ਜਿਹੜੀ ਤੁਸੀਂ ਸ਼ਬਦਾਵਲੀ ਵਰਤਦੇ ਜੇ ਕਿ ਉਹ ਤੂੰ ਪ੍ਰਿੰਸੀਪਲ ਆ ਜਾਂ ਤੇ ਤੂੰ ਤਲਵੇ ਚੱਟ ਕੇ ਬਣਿਆ ਆ, ਮੈਂ ਮੈਂ ਇੱਕ ਪਰਸਨਲ ਮੁੱਦੇ ਤੇ ਆ ਰਿਹਾ ਡਾਕਟਰ ਫਲਵਿੰਦਰਪਾਲ ਸਿੰਘ ਹੋਰਾਂ ਦੇ। ਮੈਂ ਸਿਰਫ ਤੁਹਾਨੂੰ ਇੱਕ ਚੈਲੰਜ ਕਹਿ ਕੇ ਗੱਲ ਕਹਿ ਦਿੰਦਾ ਆ, ਜੇਕਰ ਜਿਨ੍ਹਾਂ ਨੂੰ ਤੁਸੀਂ ਤਲਵੇ ਚੱਟ ਕਹਿ ਰਹੇ ਜੇ ਨਿੱਜੀ ਤੌਰ ਤੇ ਇਸ ਵੇਲੇ ਤੁਸੀਂ ਡਾਕਟਰ ਫਲਵਿੰਦਰਪਾਲ ਸਿੰਘ ਨੂੰ ਕਹਿ ਰਹੇ ਜੇ, ਮੈਂ ਤੁਹਾਨੂੰ ਚੈਲੰਜ ਕਰਦਾ, ਚੈਲੰਜ ਕਿਸੇ ਵੀ ਕਾਨੂੰਨ ਦਾ ਦਰਵਾਜ਼ਾ ਖੜਕਾ ਕੇ ਵੇਖ ਲਓ, ਕਿਤੇ ਵੀ ਉਹਨਾਂ ਦੀਆਂ ਡਿਗਰੀਆਂ ਚੈੱਕ ਕਰਵਾ ਕੇ ਵੇਖ ਲਓ, ਉਹਨਾਂ ਦੀ ਜਿਹੜੀ ਰਿਕਰੂਟਮੈਂਟ ਪ੍ਰੋਸੈਸ ਆ ਉਹਨੂੰ ਚੈੱਕ ਕਰਕੇ ਵੇਖ ਲਿਓ ਕਿ ਕਿੰਨੇ ਕੈਂਡੀਡੇਟ, ਜਦੋਂ ਡਾਕਟਰ ਫਲਵਿੰਦਰਪਾਲ ਸਿੰਘ ਨੂੰ ਪ੍ਰਿੰਸੀਪਲ ਬਣਾਇਆ ਗਿਆ ਸੀ, ਕਿੰਨੇ ਕੈਂਡੀਡੇਟ ਸੀ ਜਿਹੜੇ ਉਹਨਾਂ ਦੀ ਲਿਆਕਤ ਦੇ ਉੱਤੇ ਸੀ ਪਰ ਫਲਵਿੰਦਰਪਾਲ ਸਿੰਘ ਨੂੰ ਨੌਕਰੀ ਦੇ ਦਿੱਤੀ ਗਈ। ਜੇਕਰ ਤੁਸੀਂ ਆਹ ਗੱਲ ਨੂੰ ਸਾਬਤ ਕਰ ਦਿਓ ਤੇ ਮੈਂ ਡਾਕਟਰ ਫਲਵਿੰਦਰਪਾਲ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਬਰਖਲਾਫ ਜਿਹੜੀ ਸ਼ਬਦਾਵਲੀ ਆ ਉਹ ਵਾਪਸ ਲੈ ਲੈਣ ਤੇ ਆਪ ਜੀ ਦੇ ਬਾਰੇ ਕੋਈ ਵੀ ਮਾੜਾ ਜਾਂ ਅਪਸ਼ਬਦ ਨਾ ਬੋਲਣ। ਪਰ ਜੇਕਰ ਤੁਸੀਂ ਨਹੀਂ ਸਾਬਤ ਕਰ ਪਾਏ ਜਾਂ ਉਹਨਾਂ ਨੂੰ ਤਲਵੇ ਚੱਟ ਕਹਿਣ ਦੀ ਤੁਸੀਂ ਜਿਹੜੀ ਹਿਮਾਕਤ ਕਰਦੇ ਜੇ, ਜਾਂ ਤੁਸੀਂ ਉਹਨਾਂ ਨੂੰ ਨਲਕਾ ਕਹਿੰਦੇ ਜੇ, ਇਹ ਜਿਹੜਾ ਸਰੀਰ ਹੈ ਗੁਰੂ ਮਹਾਰਾਜ ਦਾ, ਪਰਮਾਤਮਾ ਦਾ ਬਖਸ਼ਿਆ ਹੋਇਆ ਵਾ। ਕਿਸੇ ਨੂੰ ਪਰਮਾਤਮਾ ਛੋਟਾ ਰੱਖਦਾ ਹੈ, ਕਿਸੇ ਨੂੰ 6 ਫੁੱਟ ਉੱਚਾ ਵੀ ਰੱਖ ਦਿੰਦਾ, ਪਰ ਜਿਹੜੇ ਤੁਹਾਡੇ ਵਰਗੇ ਨੇ, ਮੈਂ ਜਿਸ ਤਰ੍ਹਾਂ ਦੀ ਤੁਸੀਂ ਉਹਨਾਂ ਦੇ ਬਾਰੇ 'ਚ, ਉਹਨਾਂ ਨੇ ਤੁਹਾਨੂੰ ਇੱਕ ਵਾਰੀ ਕੁਝ ਕਿਹਾ, ਡੈਫੀਨੇਟਲੀ ਮੈਂ ਨਿਖੇਧੀ ਵੀ ਕਰਦਾ ਉਹਨਾਂ ਦੀ ਕਿ ਤੁਹਾਨੂੰ ਉਹਨਾਂ ਨੂੰ ਵੱਧ ਘੱਟ ਨਹੀਂ ਕਹਿਣਾ ਚਾਹੀਦਾ, ਪਰ ਉਹਨਾਂ ਦੇ ਵੀ ਜਜ਼ਬਾਤ ਸੀਗੇ ਕਿ ਉਹਨਾਂ ਦੀ ਮਾਨ ਸੰਸਥਾ ਨੂੰ ਤੁਸੀਂ ਵੱਧ ਘੱਟ ਗਿਆ, ਜਿੱਥੋਂ ਉਹਨਾਂ ਦੇ ਪਰਿਵਾਰ ਦਾ ਸਾਰਾ ਪ੍ਰਸ਼ਾਦਾ ਪਾਣੀ ਚੱਲ ਰਿਹਾ, ਆਪਣੇ ਬੱਚਿਆਂ ਦੀ ਉਹ ਅਪਬ੍ਰਿੰਗਿੰਗ ਕਰਨ ਦੇ ਨੇ ਉੱਥੋਂ ਕਮਾ ਕੇ। ਪਰ ਜਿਹੜੀ ਤੁਸੀਂ ਜੁੱਤੀ ਮਾਰਨ ਵਾਲੀ ਗੱਲ ਕੀਤੀ ਆ, ਜਾਂ ਤੁਸੀਂ ਉਹਨਾਂ ਨੂੰ ਬਾਰ-ਬਾਰ ਕੋਈ ਨਲਕਾ ਜਾਂ 1.5 ਫੁੱਟੀਆ ਦੱਸਦੇ ਜੇ, ਤੇ ਉਹ ਬਹੁਤ ਹੀ, ਭਾਵੇਂ ਉਹ 1.5 ਫੁੱਟ ਦੇ ਨੇ ਤੇ ਭਾਵੇਂ ਜੇ ਉਹ ਲਿਆਕਤ ਦੇ ਵਿੱਚ ਤੁਹਾਡੇ ਸਾਹਮਣੇ ਖੜੇ ਹੋ ਜਾਣ ਤੇ ਤੁਸੀਂ ਉਹਨਾਂ ਦੇ ਸਾਹਮਣੇ ਬੌਣੇ ਨਜ਼ਰ ਆਉਣਾ। ਆਈ ਬਲੀਵ ਕਿ ਤੁਹਾਡੇ ਕੋਲ ਸ਼ਾਇਦ ਗ੍ਰੈਜੂਏਸ਼ਨ ਦੀ 1 ਡਿਗਰੀ ਜਾਂ ਜਰਨਲਿਜ਼ਮ ਦਾ 1 ਡਿਪਲੋਮਾ ਹੋਵੇ। ਫਿਰ ਮੈਂ ਕਹਿ ਦਿੰਦਾ ਕਿ ਇਹ ਤੱਥ ਸਿਰਫ ਮੇਰਾ ਓਪੀਨੀਅਨ ਆ, ਜਿੰਨਾ ਮੈਂ ਤੁਹਾਨੂੰ ਵੇਖਿਆ ਆ। ਸਿਰਫ ਸ਼ਾਇਦ ਤੁਹਾਨੂੰ ਬੋਲਣ ਦਾ ਕੋਈ ਸਲੀਕਾ ਜਾਂ ਥੋੜਾ ਜਿਹਾ ਬੋਲਣ ਦਾ ਪਰਮਾਤਮਾ ਨੇ ਤੁਹਾਨੂੰ ਟੈਕਟ ਜਿਹਾ ਬਖਸ਼ਿਆ ਆ ਕਿ ਸੰਗਤ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਦੀ ਹੈ। ਪਰ ਜੇਕਰ ਫਲਵਿੰਦਰਪਾਲ ਸਿੰਘ ਸਰੀਰਕ ਤੌਰ ਤੇ ਕੱਦ 'ਚ ਤੁਹਾਡੇ ਤੋਂ ਛੋਟੇ ਨੇ, ਪਰ ਜੇਕਰ ਕਿਤੇ ਮੈਂ ਉਹਨਾਂ ਦੀ ਲਿਆਕਤ, ਉਹਨਾਂ ਦੀਆਂ ਛਪੀਆਂ ਹੋਈਆਂ ਕਿਤਾਬਾਂ ਜਾਂ ਉਹਨਾਂ ਦੇ ਪ੍ਰਿੰਟ ਹੋਏ ਪੇਪਰ ਜਾਂ ਉਹਨਾਂ ਦੀਆਂ ਡਿਗਰੀਆਂ ਜਾਂ ਡਿਪਲੋਮੇ ਆਪ ਦੇ ਸਾਹਮਣੇ ਰੱਖਦੇ ਹਾਂ, ਆਪ ਦਾ ਕੱਦ ਬੌਣੇ ਤੋਂ ਵੀ ਬੌਣਾ ਹੋ ਜਾਂਦਾ ਹੈ। ਸੋ ਕਿਰਪਾ ਕਰਕੇ ਕਿਸੇ ਦੇ ਸਰੀਰ ਤੇ ਨਾ ਜਾਓ। ਪਤਾ ਨਹੀਂ ਇਹ ਸਰੀਰ ਜੇ ਕਿਸੇ ਦਾ 7 ਫੁੱਟ ਦਾ ਵੀ ਆ ਜਾਂ ਕਿਸੇ 6 ਫੁੱਟ ਦਾ ਵੀ ਜਾਂ ਕਿਸੇ 1.5 ਫੁੱਟ ਦਾ ਵੀ ਆ, ਇਹ ਹੋਣਾ ਤੇ ਮਿੱਟੀ 'ਚ ਮਿੱਟੀ ਆ। ਸੋ ਕਿਰਪਾ ਕਰਕੇ ਕਿਸੇ ਦੀ ਸ਼ਕਲ ਤੇ ਜਾਂ ਕਿਸੇ ਦੇ ਸਰੀਰ ਤੇ ਜਾਂ ਕੱਦ ਤੇ ਕਿਸੇ ਨੂੰ ਨਲਕਾ ਕਹਿਣਾ, ਮੈਨੂੰ ਵੀ ਤੁਹਾਡੀ ਸ਼ਕਲ ਮੈਨੂੰ ਵੀ ਚੰਗੀ ਨਹੀਂ ਲੱਗਦੀ ਤੁਹਾਡੀ ਸ਼ਕਲ, ਜਿਸ ਤਰ੍ਹਾਂ ਤੁਸੀਂ ਵਿਰਾਸ਼ਾਂ ਚੌੜੀਆਂ ਕਰ ਕਰਕੇ ਗੱਲਾਂ ਕਰਦੇ ਜੇ, ਮੈਨੂੰ ਵੀ ਪਸੰਦ ਨਹੀਂ ਆ। ਪਰ ਪਰਮਾਤਮਾ ਨੇ ਤੁਹਾਨੂੰ ਸ਼ਕਲ ਦਿੱਤੀ ਆ, ਅਸੀਂ ਪਰਮਾਤਮਾ ਨੂੰ ਸ਼ੁਕਰਗੁਜ਼ਾਰ ਆ ਕਿ ਚਲੋ ਤੁਹਾਨੂੰ ਜਿੰਨੀ ਚੰਗੀ ਦਿੱਤੀ ਆ ਸ਼ਕਲ, ਚਲੋ ਓਨੀ ਬੜੀ ਆ, ਸ਼ਾਇਦ ਇਹ ਤੋਂ ਵੀ ਮਾੜੀ ਦਿੱਤੀ ਜਾ ਸਕਦੀ ਸੀ। ਪਰ ਸਿਰਫ ਬੇਨਤੀ ਸਿਰਫ ਇਹ ਆ ਕਿ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਬਾਰੇ, ਮੈਂ ਫਿਰ ਕਹਿਣਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਕੋਈ ਬੁਲਾਰਾ ਨਹੀਂਗਾ, ਮੈਂ ਸਿਰਫ ਇਹ ਗੱਲ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਇੱਕ ਪੱਖ ਬਿਆਨ ਕਰਦੇ ਜੇ ਤੇ ਦੂਸਰਾ ਵੀ ਬਿਆਨ ਕਰੋ। ਜੇਕਰ ਸਿੱਕੇ ਦਾ ਇੱਕ ਪਹਿਲੂ ਆ ਤੇ ਦੂਜਾ ਵੀ ਆ। ਤੁਸੀਂ ਤਾਂ ਸਿਰਫ ਇਹ ਕਹਿੰਦੇ ਜੇ ਕਿ ਪੂਰੀ ਦੀ ਪੂਰੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਰਫ ਕਰਪਸ਼ਨ ਹੁੰਦੀ ਹੈ, ਨਹੀਂ ਹੁੰਦੀ। ਪੂਰੀ ਦੁਨੀਆ ਦੇ ਵਿੱਚ ਕੋਈ ਵੀ ਇੱਦਾਂ ਦੀ ਸੰਸਥਾ ਕੋਈ ਵੀ ਦੱਸੋ ਜਿਹਦੇ ਵਿੱਚ ਕਰਪਸ਼ਨ ਨਹੀਂ ਹੁੰਦੀ ਹੋਏਗੀ। ਪੂਰੀ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਲੀਸਟ ਕਰਪਟ ਦੇਸ਼ ਆ, ਉਹਦੇ ਵਿੱਚ ਵੀ ਉਹ ਕਹਿੰਦੇ ਨਹੀਂ ਹੈ ਕਿ 100% ਤੋਂ ਇਮਾਨਦਾਰੀ, ਉਹ ਕਹਿੰਦੇ ਨੇ ਕਿਤੇ ਨਾ ਕਿਤੇ ਕੋਈ ਕਰਪਸ਼ਨ ਹੋਏਗੀ। ਇਹ ਹੁਣ ਕੀ ਕਰੀਏ, ਇਹ ਸਿਸਟਮ ਦਾ ਇੱਕ ਪਾਰਟ ਐਂਡ ਪਾਰਸਲ ਬਣ ਚੁੱਕਾ ਹੈ। ਪਰ ਤੁਸੀਂ ਕੇਵਲ ਤੇ ਕੇਵਲ ਜਿਹੜੀ ਸਿੱਖਾਂ ਦੇ ਨਾਲ ਜੁੜੀ ਜਿਹੜੀ ਸੰਸਥਾ ਹੈ ਉਹਦੇ ਉੱਤੇ ਚੱਕੜ ਸੁੱਟਣ ਦੀ ਕੋਸ਼ਿਸ਼ ਕਰਦੇ ਜੇ, ਉਹਦੇ ਹੀ ਪ੍ਰਬੰਧਾਂ ਦੇ ਉੱਤੇ ਲਾਂਛਨ ਲਾਉਣ ਦੀ ਕੋਸ਼ਿਸ਼ ਕਰਦੇ ਜੇ, ਉਹ ਗਲਤ ਗੱਲ ਆ। ਜੇ ਤੁਸੀਂ ਲਾਉਣਾ ਵੀ ਚਾਹੁੰਦੇ ਜੇ ਤੇ ਤੁਸੀਂ ਕਿਰਪਾ ਕਰਕੇ ਉਹਨਾਂ ਦੇ ਚੰਗੇ ਕੰਮਾਂ ਤੇ ਵੀ ਚਾਨਣਾ ਪਾਓ। ਮੈਂ ਗੱਲ ਕਰ ਰਿਹਾ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੂੰ ਜਿਹੜੇ ਕਾਮੇ ਨੇ ਉਹਨਾਂ ਨੂੰ ਕੰਟਰੈਕਟ ਬੇਸ ਤੇ ਉੱਤੇ ਰੱਖਿਆ ਜਾਂਦਾ, ਉਸ ਤੋਂ ਬਾਅਦ ਉਹਨਾਂ ਨੂੰ 20 ਦਿਨ ਦੀ ਤਨਖਾਹ ਜਾਂ 22 ਦਿਨ ਦੀ ਤਨਖਾਹ ਦਿੱਤੀ ਜਾਂਦੀ ਹੈ, 6 ਦਿਨ ਦੀ ਕੱਟ ਲਿੱਤੀ ਜਾਂਦੀ, ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ, ਤੇ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ। ਮੈਨੂੰ ਦੱਸੋ ਕਿਸ ਤਰ੍ਹਾਂ ਵਾਇਲੇਸ਼ਨ? ਕੋਈ ਵੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਡਾਕੂਮੈਂਟ, ਇਨੈਕਟਮੈਂਟ, ਕੋਈ ਵੀ ਆਰਟੀਕਲ ਹੈਗਾ ਆ ਜਿਹੜਾ ਉਹ ਦੱਸ ਪਾਵੇ ਕਿ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ? ਕਿਸ ਤਰ੍ਹਾਂ? ਕੋਈ ਵਾਇਲੇਸ਼ਨ ਨਹੀਂ ਹੈ। ਤੁਸੀਂ ਸਿਰਫ ਵੱਡੀਆਂ ਟਰਮਸ ਯੂਜ਼ ਕਰਕੇ ਸੰਗਤ ਨੂੰ ਵਿਖਾਉਣਾ ਚਾਹੁੰਦੇ ਕਿ ਤੁਹਾਡੇ 'ਚ ਬਹੁਤ ਲਿਆਕਤ ਹੋ ਸਕਦੀ ਆ। ਮੈਂ ਆ ਨਹੀਂ ਕਹਿੰਦਾ ਕਿ ਤੁਹਾਡੇ 'ਚ ਲਿਆਕਤ ਨਾ ਹੋਵੇ, ਪਰ ਗੁੰਮਰਾਹ ਕੁਨ ਗੱਲਾਂ ਕਰਨੀਆਂ ਵੀ ਚੰਗੀਆਂ ਨਹੀਂ ਆ। ਜਦੋਂ ਵੀ ਕੋਈ ਇਨਸਾਨ ਜਾਂ ਵਿਅਕਤੀ ਕਿਸੇ ਵੀ ਸੰਸਥਾ ਦੇ ਨਾਲ ਜੁੜਦਾ ਆ ਤੇ ਸਭ ਤੋਂ ਪਹਿਲਾਂ ਉਹ ਉਸ ਸੰਸਥਾ ਦੇ ਨਾਲ ਇੱਕ ਕੰਟਰੈਕਟ ਐਗਰੀਮੈਂਟ ਸਾਈਨ ਕਰਦਾ ਆ, ਤੇ ਐਗਰੀਮੈਂਟ 2 ਪਾਰਟੀਆਂ ਦੇ ਵਿੱਚ ਹੁੰਦਾ ਆ। ਤੇ ਐਗਰੀਮੈਂਟ ਜਦੋਂ ਵੀ ਸਾਈਨ ਹੁੰਦਾ ਆ, ਉਹ
ਐਗਰੀਮੈਂਟ ਜਦੋਂ ਮੀਟਿੰਗ ਆਫ ਮਾਈਂਡਸ, ਜਦੋਂ ਤੁਸੀਂ ਦੋਵੇਂ ਜਾਣੇ ਇੱਕ ਡਾਕੂਮੈਂਟ ਦੇ ਵਿੱਚ ਲਿਖੀਆਂ ਹੋਈਆਂ ਕੰਡੀਸ਼ਨਸ ਦੇ ਉੱਤੇ ਆਪਣੀ ਸਹਿਮਤੀ ਪ੍ਰਗਟ ਕਰਦੇ ਤੇ ਤਦੇ ਹੀ ਉਹ ਇਨਫੋਰਸੇਬਲ ਬਣਦਾ ਹੈ। ਜਦੋਂ ਭਰਤੀ ਹੋਣ ਵਾਲੇ ਜਿਹੜੇ ਇਨਸਾਨ ਆ ਉਹ ਉਸ ਡਾਕੂਮੈਂਟ ਦੇ ਵਿੱਚ ਲਿਖੀ ਹੋਈ ਇੱਕ ਇੱਕ ਕੰਡੀਸ਼ਨ ਨੂੰ ਮੰਨ ਕੇ ਉੱਤੇ ਸਾਈਨ ਕਰਨ ਦੇ, ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਉਹਦੇ ਵਿੱਚ ਹਿਊਮਨ ਰਾਈਟ ਦੀ ਵਾਇਓਲੇਸ਼ਨ ਹੋਈ ਆ? ਉਹਦੇ ਵਿੱਚ ਤੇ ਕਾਨੂੰਨ ਵੀ ਸਿਰਫ ਇਹੋ ਹੀ ਗੱਲ ਕਹੇਗਾ ਕਿ ਇਹ ਜੋ ਐਗਰੀਮੈਂਟ ਸਾਈਨ ਹੋਇਆ ਵਾ ਜਾਂ ਉਹਦੇ ਵਿੱਚ 22 ਦਿਨਾਂ ਦੀ ਪੇ ਦੇਣ ਦੀ ਗੱਲ ਕੀਤੀ ਆ, ਤੇ ਇਹ ਦੋ ਪਾਰਟੀਆਂ ਦੇ ਵਿੱਚ ਨਿਰਧਾਰਿਤ ਕੀਤੀ ਗਈ ਗੱਲ ਆ, ਤੇ ਕਾਨੂੰਨ ਵੀ ਉਸ ਚੀਜ਼ ਨੂੰ ਐਪਰੀਸ਼ੀਏਟ ਕਰੇਗਾ, ਨਾ ਕਿ ਉਹਨੂੰ ਕੰਡੈਮ ਕਰੇਗਾ। ਸੋ ਇਦਾਂ ਦੀਆਂ ਗੱਲਾਂ ਨਿੱਕੀਆਂ ਨਿੱਕੀਆਂ ਤੁਸੀਂ ਕਰਕੇ ਵੱਡੀਆਂ ਕਰਕੇ ਤੁਸੀਂ ਗੱਲਾਂ ਕਰਦੇ ਜੇ ਕਿ ਆਹ ਕਰਤਾ ਜਾਂ ਉਹ ਕਰਤਾ। ਸੋਨਾ ਗਾਇਬ ਹੋ ਗਿਆ, ਸੋਨਾ ਗਾਇਬ ਹੋ ਗਿਆ, ਤੁਸੀਂ ਅੱਜ ਤੱਕ ਆਪ ਸ਼ਿਕਾਇਤਕਰਤਾ ਬਣ ਕੇ ਕਿਉਂ ਨਹੀਂ ਸ਼ਿਕਾਇਤ ਕੀਤੀ? ਤੁਸੀਂ ਕਰ ਸਕਦੇ ਸੀ। ਤੁਸੀਂ ਅੱਜ ਤੱਕ ਦੱਸੋ ਕਿ ਕਿੰਨੀ ਵਾਰੀ ਤੁਸੀਂ ਸ਼ਿਕਾਇਤਕਰਤਾ ਬਣ ਕੇ ਸ਼ਿਕਾਇਤ ਕੀਤੀ ਆ। ਬਾਕੀ ਮੈਂ ਤੁਹਾਡੇ ਹਜੇ ਪ੍ਰੋਗਰਾਮ ਸਾਰੇ ਨਹੀਂ ਦੇਖੇ, ਮੈਂ ਦੇਖਾਂਗਾ, ਹੌਲੀ ਹੌਲੀ ਦੇਖਾਂਗਾ ਕਿ ਉਹਨਾਂ ਦੇ ਵਿੱਚ ਕਿੰਨਾ ਤੁਸੀਂ ਸੱਚ ਕਿਹਾ ਕਿ ਝੂਠ ਕਿਹਾ। ਤੇ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਕੇਵਲ ਤੇ ਕੇਵਲ ਊਣਤਾਈਆਂ ਲੋਕਾਂ ਦੇ ਸਾਹਮਣੇ ਰੱਖਦੇ ਜੇ, ਮੈਂ ਤੁਹਾਡੇ ਸਾਰੇ ਐਪੀਸੋਡ ਵੇਖਣ ਦੀ ਕੋਸ਼ਿਸ਼ ਕਰਾਂਗਾ। ਬੜੀ ਹੀ ਬਿਜ਼ੀ ਲਾਈਫ ਆ ਵਿਦੇਸ਼ਾਂ ਦੇ ਵਿੱਚ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਊਣਤਾਈਆਂ ਲੋਕਾਂ ਦੇ ਵਿੱਚ ਉਜਾਗਰ ਕਰਦੇ ਜੇ, ਮੈਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਚੰਗੇ ਪ੍ਰਬੰਧ ਆ ਉਹ ਲੋਕਾਂ ਦੇ ਸਾਹਮਣੇ ਤੇ ਸਮੂਹ ਸਾਧ ਸੰਗਤ ਦੇ ਅੱਗੇ ਰੱਖ ਸਕਾਂ। ਬਾਕੀ ਇੱਕ ਵਾਰੀ ਫਿਰ ਮੈਂ ਡਾਕਟਰ ਫਲਵਿੰਦਰਪਾਲ ਸਿੰਘ ਜੀ ਨੂੰ ਕਹਿਣਾ ਹੈ ਕਿ ਆਪ ਜੀ ਨੂੰ ਪ੍ਰੀਤ ਸਿੰਘ ਸੈਣੀ ਆਪ ਜੀ ਦੇ ਸਾਹਮਣੇ ਇਹਨਾਂ ਦੀ ਲਿਆਕਤ, ਇਹ ਜੋ ਤੁਹਾਨੂੰ ਜੁੱਤੀ ਮਾਰਨ ਦੀ ਗੱਲ ਕਰਦੇ ਨੇ, ਉਹ ਤੇ ਚਲੋ ਸਮਾਂ ਦੱਸੇਗਾ ਕੌਣ ਕਿਸੇ ਜੁੱਤੀ ਕਦੋਂ ਮਾਰਦਾ ਆ। ਮੈਂ ਬੇਨਤੀ ਕਰਾਂਗਾ ਡਾਕਟਰ ਫਲਵਿੰਦਰਪਾਲ ਸਿੰਘ ਨੂੰ ਕਿ ਤੁਸੀਂ ਸੈਣੀ ਦੇ ਮੂੰਹ ਹੀ ਨਾ ਲੱਗੋ। ਜਿਸ ਤਰ੍ਹਾਂ ਇਹ ਤੁਹਾਡੇ ਬਾਰੇ ਸ਼ਬਦਾਵਲੀ ਯੂਜ਼ ਕਰ ਰਿਹਾ ਆ, ਇਹ ਤੁਹਾਡੇ ਲੈਵਲ ਦਾ ਬੰਦਾ ਨਹੀਂ ਆ। ਸਿਰਫ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਪ੍ਰੀਤ ਸਿੰਘ ਸੈਣੀ ਜੀ ਆਪਣੇ ਕੋਈ ਪੋਲੀਟੀਕਲ ਮਾਈਲੇਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇੱਕ ਨਾ ਇੱਕ ਦਿਨ ਸ਼ਾਇਦ ਕੁਛ ਇਸ ਤਰ੍ਹਾਂ ਦਾ ਵਰਤੇ ਕਿ ਮੈਂ ਵੀ ਸਿਆਸਤ ਦੇ ਵਿੱਚ ਆ ਜਾਵਾਂ ਤੇ ਫਿਰ ਮੈਂ ਵੀ ਆਪਣੇ ਚਾਹੁੰਦਿਆਂ ਚਲਾਉਣ ਦੀ ਕੋਸ਼ਿਸ਼ ਕਰਾਂਗਾ। ਚਲੋ ਇਹ ਖੈਰ ਬਾਅਦ ਦੀ ਗੱਲ ਹੈ, ਪਰ ਆਖਿਰ ਦੇ ਉੱਤੇ ਸਿਰਫ ਜਿਹੜਾ ਮੇਰਾ ਮੁੱਦਾ ਹੈ ਉਹ ਆਪ ਜੀ ਨੂੰ ਸਿਰਫ ਇੰਨੀ ਹੀ ਬੇਨਤੀ ਹੈ ਕਿ ਪ੍ਰੀਤ ਸਿੰਘ ਸੈਣੀ ਜੀ, ਤੁਸੀਂ ਕਿਰਪਾ ਕਰਕੇ ਜੇਕਰ ਸ਼੍ਰੋਮਣੀ ਕਮੇਟੀ ਦੀਆਂ ਊਣਤਾਈਆਂ ਲੋਕਾਂ ਦੇ ਸਾਹਮਣੇ ਉਜਾਗਰ ਕਰਦੇ ਹੋ, ਜਿਹੜੀ ਕਿ ਸਿੱਖਾਂ ਦੀ ਇੱਕ ਸਰਮੋਰ ਸੰਸਥਾ ਹੈ, ਸਿੱਖਾਂ ਦੇ ਖੂਨ ਡੁੱਲਣ ਤੋਂ ਬਣੀ ਹੈ, ਤੇ ਤੁਸੀਂ ਉਹਦੀਆਂ ਚੰਗੀਆਂ ਗੱਲਾਂ ਵੀ ਦੱਸ ਦਿਆ ਕਰੋ ਲੋਕਾਂ ਨੂੰ। ਨਾ ਸ਼੍ਰੋਮਣੀ ਕਮੇਟੀ ਦੇ ਜੋ ਕਾਮੇ ਨੇ, ਜੋ ਉੱਥੇ ਵਰਕਰ ਕੰਮ ਕਰਦੇ ਨੇ, ਨਾ ਪਰਿਵਾਰ ਜੁੜੇ, ਉਹਨਾਂ ਨੂੰ ਤਕਲੀਫ ਨਾ ਹੋਵੇ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੇ ਜੋ ਜਿੰਨੇ ਵੀ ਮੁਲਾਜ਼ਮ ਨੇ ਉਹ ਉੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿੰਦੇ ਨੇ, ਊਣਤਾਈਆਂ ਨਜ਼ਰ ਆਉਂਦੀਆਂ ਨੇ ਤੇ ਫਿਰ ਉਹ ਉੱਥੇ ਕੰਮ ਵੀ ਕਰ ਰਹੇ ਨੇ। ਮੈਂ ਚਾਹੁੰਦਾ ਕਿ ਉਹ ਵੀ ਤੁਹਾਨੂੰ ਜਵਾਬ ਦੇਣ। ਇੱਕ ਤੋਂ ਇੱਕ ਕੰਮ ਆ, ਛੋਟੇ ਤੋਂ ਛੋਟਾ ਕੰਮ ਆ, ਜਿਹੜਾ ਇਸ ਤੁਹਾਡੀਆਂ ਵੀਡੀਓ ਨੂੰ ਇੱਕ ਗੁੰਮਰਾਹ ਕਰਨ ਪ੍ਰਚਾਰ, ਜਿਹਨੂੰ ਮੈਂ ਕਹਿੰਦਾ ਇੱਕ ਤਰਫਾ ਸੱਚਾਈ ਹੋ ਸਕਦੀ ਆ ਇਹਦੇ ਵਿੱਚ, ਇਹ ਨਹੀਂ ਕਹਿੰਦਾ ਕਿ ਸੱਚਾਈ ਨਹੀਂ ਆ, ਹੋ ਵੀ ਸਕਦੀ ਆ, ਸ਼ਾਇਦ 10% ਸੱਚਾਈ ਵੀ ਹੋਵੇ, ਪਰ ਤੁਸੀਂ ਕੇਵਲ ਤੇ ਕੇਵਲ ਜਿਹੜੀਆਂ ਊਣਤਾਈਆਂ ਵਾ ਉਹਨਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਉਹ ਊਣਤਾਈਆਂ ਨੂੰ ਹਾਈਲਾਈਟ ਕਰਨ ਦੀ ਬਜਾਏ ਤੁਸੀਂ ਨਾਲ ਦੀ ਨਾਲ ਊਣਤਾਈਆਂ ਦੇ ਸਾਹਮਣੇ ਉਹਨਾਂ ਦੀਆਂ ਚੰਗਾਈਆਂ ਨੂੰ ਵੀ ਕੰਪੇਅਰ ਕਰੋ। ਜੇਕਰ ਚੰਗਿਆਈਆਂ ਦਾ ਪਲੜਾ ਉੱਪਰ ਉੱਠ ਜਾਂਦਾ ਤੇ ਬੁਰਾਈਆਂ ਦਾ ਪਲੜਾ ਥੱਲੇ ਆ ਜਾਂਦਾ, ਫਿਰ ਤਾਂ ਤੁਸੀਂ ਜਸਟੀਫਾਈਡ ਜੇ। ਪਰ ਜੇਕਰ ਚੰਗਿਆਈਆਂ ਥੱਲੇ ਚੱਲ ਜਾਂਦੀਆਂ ਤੇ ਬੁਰਾਈਆਂ ਥੋੜ੍ਹੀਆਂ ਰਹਿ ਜਾਂਦੀਆਂ, ਫਿਰ ਤੁਹਾਡਾ ਜਿਹੜਾ ਪ੍ਰਚਾਰ ਆ ਉਹ ਸਿਰਫ ਪ੍ਰੋਪੇਗੈਂਡਾ ਆ, ਤੇ ਪ੍ਰੋਪੇਗੈਂਡੇ ਨੂੰ ਕਰਨਾ ਐਕਚੁਅਲੀ ਜਰਨਲਿਜ਼ਮ ਦੇ ਵਿੱਚ ਜਿਹੜਾ ਆ ਐਕਸੈਪਟੇਬਲ ਨਹੀਂ ਆ। ਚਲੋ ਇੰਨੀਆਂ ਕੁ ਬੇਨਤੀਆਂ ਮੇਰੀਆਂ ਸਵੀਕਾਰ ਕਰੋ। ਕੋਸ਼ਿਸ਼ ਕਰਾਂਗਾ ਕਿ ਮੈਂ ਸਰਦਾਰ ਪ੍ਰੀਤ ਸਿੰਘ ਸੈਣੀ ਨੇ, ਜੋ ਮੈਂ ਤਾਂ ਬੜੇ ਅਦਬ ਸਤਿਕਾਰ ਦੇ ਨਾਲ ਬੋਲ ਰਿਹਾ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਡਾਕਟਰ ਫਲਵਿੰਦਰਪਾਲ ਸਿੰਘ ਬਾਰੇ ਬੜੀ ਭੱਦੀ ਜੀ ਸ਼ਬਦਾਵਲੀ ਯੂਜ਼ ਕਰਦੇ ਨੇ, ਪਰ ਕੋਈ ਗੱਲ ਨਹੀਂ ਆ। ਮੈਨੂੰ ਪਤਾ ਹੈ ਕਿ ਮੇਰੇ ਜਜ਼ਬਾਤ ਜਿੰਨੇ ਵੀ ਮਰਜ਼ੀ ਭੜਕੇ ਹੋਣ, ਸੰਗਤਾਂ ਨੇ ਇਹ ਬਰਦਾਸ਼ਤ ਨਹੀਂ ਕਰਨਾ ਕਿ ਜੇਕਰ ਮੈਂ ਭੱਦੀ ਸ਼ਬਦਾਵਲੀ ਯੂਜ਼ ਕਰਾਂਗਾ। ਪਰ ਪ੍ਰੀਤ ਸਿੰਘ ਸੈਣੀ ਆਪਣੀਆਂ ਜੋ ਵੀਡੀਓ 2-3 ਆਈਆਂ ਹਨ, ਫਲਵਿੰਦਰਪਾਲ ਸਿੰਘ ਹੋਰਾਂ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ, ਕਦੀ ਨਲਕਾ ਜਾਂ ਕੋਈ ਫਾਲਤੂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੋਈ ਗੱਲ ਨਹੀਂ ਹੈ, ਕਿਸੇ ਦੇ ਨਿੱਜੀ ਤੌਰ 'ਤੇ ਮਿਲਾਂਗੇ, ਸਾਹਮਣੇ ਬੈਠਾਂਗੇ, ਨਾ ਕੋਈ ਸੰਗਤ ਹੋਵੇਗੀ, ਜਾਂ ਤੁਸੀਂ ਫਲਵਿੰਦਰਪਾਲ ਦੇ ਸਾਹਮਣੇ ਬੈਠੋਗੇ ਤੇ ਉਹਨਾਂ ਨੂੰ ਤੁਸੀਂ ਗਾਲ ਕੱਢ ਕੇ ਵਿਖਾਇਓ, ਤੇ ਉਦੋਂ ਗੱਲ ਕਰਾਂਗੇ। ਉਦੋਂ ਸ਼ਾਇਦ ਮੈਂ ਵੀ ਸਾਹਮਣੇ ਹਾਂ ਤੇ ਸ਼ਾਇਦ ਮੈਂ ਵੀ ਤੁਹਾਡੇ ਮੂੰਹ ਦੇ ਉੱਤੇ 4-5 ਗਾਲਾਂ ਕੱਢ ਦੇਵਾਂ, ਸੰਗਤਾਂ ਦੇ ਸਾਹਮਣੇ ਨਾ ਕੱਢਾਂ, ਕਿਉਂਕਿ
ਇਨਸਾਨੀ ਜਿਹੜੇ ਜਜ਼ਬਾਤ ਨੇ ਉਹ ਗੁੱਸੇ ਦੇ ਵਿੱਚ ਇੱਧਰ ਉੱਧਰ ਹੋ ਜਾਂਦੇ ਨੇ। ਚਲੋ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰੋ। ਕੋਸ਼ਿਸ਼ ਕਰਾਂਗਾ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਾਂ, ਉਹਨਾਂ ਦੇ ਵਿੱਚ ਜੋ ਤੁਸੀਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਬਾਰੇ 'ਚ ਪੜਤਾਲ ਕਰਾਂ, ਇਲਜ਼ਾਮਾਂ ਬਾਰੇ 'ਚ ਨਹੀਂ, ਕਿ ਜੋ ਤੁਸੀਂ ਊਣਤਾਈਆਂ ਦੱਸਦੇ ਤੇ ਉਹਦੇ ਕਾਊਂਟਰ ਸ਼੍ਰੋਮਣੀ ਕਮੇਟੀ ਚੰਗੇ ਕੰਮ ਕੀ ਕਰ ਰਹੀ ਆ, ਉਹਦੇ ਬਾਰੇ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਆਵਾਂ। ਤੇ ਬਾਕੀ ਸਮੂਹ ਸੰਗਤਾਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮੈਂ ਕੋਈ ਇਹਨਾਂ ਵਰਗਾ ਕੋਈ ਵੱਡਾ ਯੂਟਿਊਬਰ ਤੇ ਹੈ ਨਹੀਂ ਆ। ਸਮਾਜ ਦੇ ਬਾਰੇ ਸ਼ਾਇਦ ਥੋੜ੍ਹੀ ਬਹੁਤ ਜਾਂ ਕਾਨੂੰਨ ਬਾਰੇ ਕੋਈ ਥੋੜ੍ਹੀ ਬਹੁਤ ਜਾਣਕਾਰੀ ਰੱਖਦਾ ਹਾਂ। ਜੇਕਰ ਕੋਈ ਵੀ ਮੇਰੇ ਕੋਲੋਂ ਉੱਚੀ ਨੀਵੀਂ ਜਾਂ ਕੋਈ ਵੀ ਕਿਸੇ ਸ਼ਾਨ ਦੇ ਬਰਖਲਾਫ ਸਵਾਏ ਪ੍ਰੀਤ ਸੈਣੀ ਜੀ ਤੋਂ ਗੱਲ ਹੋ ਗਈ ਹੋਵੇ ਤੇ ਮੈਨੂੰ ਖਿਮਾ ਦਾ ਯਾਚਕ ਸਮਝਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।